झलक दिखाई गई है कि आ वो तख्ते ताउस जिस ते बैठ के मुगल साम्राज के ਜਿਹੜੇ ਹੁਕਮਰਾਨ ਸਨ ਜੋ ਫੈਸਲੇ ਸੁਣਾਉਂਦੇ ਰਹੇ ਨੇ ਉਸ ਦੀ ਇੱਥੇ ਖੂਬਸੂਰਤ ਇੱਕ ਝਾਂਕੀ ਹੈ। ਦੂਸਰੇ ਪਾਸੇ ਮਹਾਰਾਜ ਦੀ ਪਾਲਕੀ ਜਿਹੜੀ ਹੈ ਤਿਆਰ ਹੋ ਚੁੱਕੀ ਹੈ। ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਅੰਦਰੋਂ ਆਏਗਾ ਤੇ ਉਸ ਤੋਂ ਬਾਅਦ ਜਿਹੜੀ ਇਸ ਨਗਰ ਕੀਰਤਨ ਦੀ ਜਿਹੜੀ ਇਸ ਮਹਾਨ ਫਤਿਹ ਮਾਰਚ ਜਿਹੜਾ ਮਨਾਇਆ ਜਾਣਾ ਹੈ ਉਸ ਦੀ ਇੱਥੋਂ ਆਰੰਭਤਾ ਕੀਤੀ ਜਾਣੀ ਹੈ। ਮੇਰੇ ਨਾਲ SGPC ਦੇ ਜਨਰਲ ਸਕੱਤਰ ਗੁਰਬਚਨ ਸਿੰਘ ਗਰੇਵਾਲ ਸਾਹਿਬ ਮੌਜੂਦ ਨੇ। ਗਰੇਵਾਲ ਸਾਹਿਬ, ਅੱਜ ਇਸ ਫਤਿਹ ਮਾਰਚ 300 ਸਾਲਾ ਜਿਹੜੀ ਜਨਮ ਸ਼ਤਾਬਦੀ ਹੈ ਉਸ ਨੂੰ ਸਮਰਪਿਤ ਸੰਗਤਾਂ ਪਹੁੰਚ ਗਈਆਂ, ਤਿਆਰੀ ਹੋ ਗਈ ਹੈ। देखो, एक खुशी की गल है कि श्रोमणी गुरुद्वारा प्रबंधक कमेटी अपना बनता फर्ज अदा करती है। जिथे प्रचार की गल आउंदी है, किते गुरु के दिते सिद्धांत ते पहरा देने की गल आउंदी है। देखो, सिखां दा एक बहुत बड़मुला इतिहास है जिन्हों आपां आम कहते हैं सुनहरी अखरां लिखिया इतिहास है। उस इतिहास नूं दुनिया के लोगों नाल जां कि ना सांझ पाउण लई ते खास तौर पर नौजवान पीढ़ी जिहड़ी आ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਾਉਣ ਲਈ ਕਿ ਜਿਹੜੇ ਸਿੱਖ ਜਰਨੈਲ ਸੀ, ਜਿਹੜੀ ਦਿੱਲੀ ਦੀ ਅੱਜ ਆਪਾਂ ਗੱਲ ਕਰਦੇ ਆ, ਇਹਨਾਂ ਸਿੱਖਾਂ ਨੇ ਕਿੰਨੀ ਵਾਰ ਦਿੱਲੀ ਜਿੱਤੀ ਜਿਹੋ ਜੀ ਬਿੱਲੀ ਮਾਰੀ ਤੇ ਦਿੱਲੀ ਕਹਿੰਦੇ ਮਾਰੀ ਵਾਲੀ ਗੱਲ ਆਈ ਸੀ। ਉਹ ਜਿਹੜੇ ਯੋਧੇ ਸੀਗੇ ਉਹ ਇੱਕ ਸੱਚਾ ਇਤਿਹਾਸ ਹੈ। ਬਾਬਾ ਬਘੇਲ ਸਿੰਘ ਜੀ, ਕਿਨਾ ਸਾਡੇ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਯੋਧਿਆਂ ਨੇ ਇਸ ਖਿੱਤੇ ਦੇ ਉੱਤੇ ਜਿਵੇਂ ਕਹਿੰਦੇ ਰਾਜ ਕੀਤਾ। ਉਹ ਗੱਲ ਨੂੰ ਦਰਸਾਉਣ ਦੇ ਲਈ ਅੱਜ ਇੱਕ ਪਾਸੇ ਤਾਂ ਜਿਹੜੇ ਇਹ ਦੇਸ਼ ਦੇ ਹਾਕਮ ਹੈ ਸਾਡੇ ਉਸ ਇਤਿਹਾਸ ਨੂੰ ਰਲਗੜ ਵੀ ਕਰ ਰਹੇ ਨੇ ਤੇ ਇਹ ਇਤਿਹਾਸ ਨੂੰ ਲੋਕਾਂ ਦੇ ਕਹਿੰਦੇ ਹੁੰਦੇ ਆ ਤੋਂ ਲਾਂਭੇ ਕਰ ਰਹੇ ਨੇ। ਜਿਵੇਂ NCERT ਦੀਆਂ ਕਿਤਾਬਾਂ ਦੇ ਵਿੱਚ ਸਿੱਖਾਂ ਦਾ ਇਤਿਹਾਸ ਬਹੁਤ ਛੋਟਾ ਕਰਤਾ, ਗੁਰੂ ਸਾਹਿਬਾਨ ਦਾ ਇਤਿਹਾਸ ਛੋਟਾ ਕਰਤਾ, ਹੋਰ ਬੜੇ ਬੇਲੋੜੇ ਇਤਿਹਾਸ ਉਹਦੇ ਜੋੜ ਦਿੱਤੇ ਗਏ। ਉਹ ਭਾਵੇਂ ਕਿ ਇਹ ਗੱਲ ਹੈ ਕਿ ਜਿਹੜੀ ਸੱਚਾਈ ਹੈ ਉਹ ਕਦੇ ਮਰ ਨਹੀਂ ਸਕਦੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਜੱਸਾ ਸਿੰਘ ਰਾਮਗੜੀਆ ਦਾ ਜਿਹੜਾ 300 ਸਾਲਾ ਜਨਮ ਦਾ ਸ਼ਤਾਬਦੀ ਮਨਾ ਰਹੇ ਹਾਂ ਉਸ ਦੀ ਯਾਦ ਵਿੱਚ ਇਹ ਜਿਹੜਾ ਇੱਕ ਵਿਲੱਖਣ ਨਗਰ ਕੀਰਤਨ ਜਾ ਰਿਹਾ। ਗਰੇਵਾਲ ਸਾਹਿਬ, ਤਖਤੇ ਤਾਊਸ, ਜਿਸ ਤਖਤੇ ਤਾਊਸ ਤੇ ਬੈਠ ਕੇ ਹੁਕਮਰਾਨ ਮੁਗਲ ਦਾ ਆਪਣੇ ਆਦੇਸ਼ ਸੁਣਾਉਂਦਾ ਸੀ, ਆਪਣੀਆਂ ਜਿਸ ਤਰੀਕੇ ਨਾਲ ਗੁਰੂ ਸਾਹਿਬ ਵਾਸਤੇ ਵੀ ਉਸ ਨੇ ਉੱਥੋਂ ਕਿਹਾ, ਤੇ ਅੱਜ ਉਹ ਇੱਕ ਝਲਕ ਇਸ ਨਗਰ ਕੀਰਤਨ ਦੇਖਣ ਨੂੰ ਮਿਲ ਰਹੀ ਹੈ। ਮੈਂ ਉਹੀ ਤਾਂ ਕਹਿ ਰਿਹਾ ਕਿ ਇਹ ਇੱਕ ਵਿਲੱਖਣ ਗੱਲ ਹੈ, ਇੱਕ ਸਿੱਖਾਂ ਦੇ ਇਤਿਹਾਸ ਨੂੰ ਜਿਵੇਂ ਕਹਿੰਦੇ ਇੱਕ ਜਿਉਂਦਾ ਦਿਖਾਉਣ ਵਾਸਤੇ, ਕਿਉਂਕਿ ਇਹ ਗੱਲਾਂ ਸਿੱਖਾਂ ਦੇ ਹੀ ਸਹੀ ਆਈਆਂ ਕਿ ਜਿਸ ਤਖਤ ਤੇ ਉਹ ਬੈਠ ਕੇ ਰਾਜ ਕੀਤਾ, ਕਿੰਨੇ ਸੈਂਕੜੇ ਸਾਲ ਰਾਜ ਕੀਤਾ, ਤੇ ਉਹ ਤਖਤ ਹੀ ਪੱਟ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜਾ ਕੇ ਰੱਖਤਾ। ਇਹ ਗੱਲ ਸਿੱਖਾਂ ਦੇ ਹਿੱਸੇ ਆਉਂਦੀ ਆ ਕਿ ਉਹ ਆਪਦੇ ਗੁਰੂ ਦੇ ਕਹਿੰਦੇ ਹੁੰਦੇ ਆ ਹਾਜ਼ਰੀ 'ਚ ਲਿਜਾ ਕੇ ਉਹਨਾਂ ਨੇ ਜਿਹੜਾ ਜਿਸ ਥਾਂ ਤੇ ਬੈਠ ਕੇ ਜ਼ੁਲਮ ਹੋਏ, ਜਿੱਥੇ ਕਿਨਾ ਆਦੇਸ਼ ਕੀਤੇ ਗਏ ਸਿੱਖਾਂ ਦੇ ਖਿਲਾਫ, ਉਸ ਤਖਤ ਨੂੰ ਹੀ ਪੱਟ ਕੇ ਲੈ ਗਏ। ਇਹ ਸਿੱਖਾਂ ਕੋਲ ਹੀ ਇਹ ਇਤਿਹਾਸ ਜਿਹੜਾ ਵਾ ਆਉਂਦਾ ਵਾ। ਕਿੰਨੀ ਦੇਰ ਤੱਕ ਨਗਰ ਕੀਰਤਨ ਸ਼ੁਰੂ ਕਰ ਰਹੇ ਹੋ? ਬਸ ਤਿਆਰੀ ਹੈ ਸਾਰੀ ਨਗਰ ਕੀਰਤਨ ਦੀ, ਸਾਰੀਆਂ ਸੰਗਤਾਂ ਆ ਗਈਆਂ ਨੇ। ਮੈਂ ਦੇਖ ਰਿਹਾ ਕਿ ਮੈਂ ਵਧਾਈ ਦਿੰਦਾ ਇਸ ਗੱਲ ਲਈ, ਖਾਸ ਤੌਰ ਤੇ ਦਿੱਲੀ ਦੀਆਂ ਸੰਗਤਾਂ ਦਾ, ਜਿਹਦੇ ਵਿੱਚ ਪਰਮਜੀਤ ਸਿੰਘ ਜੀ ਸਰਨਾ, ਮਨਜੀਤ ਸਿੰਘ GK, ਉਹਨਾਂ ਦੇ ਸਾਰੇ ਸਾਥੀ ਜਿਹੜੇ ਆ ਵੱਡੀ ਗਿਣਤੀ ਵਿੱਚ, ਦਿੱਲੀ ਕਮੇਟੀ ਦੇ ਸਾਡੇ ਮੈਂਬਰ ਸਾਹਿਬਾਨ ਵੀ ਜਿਹੜੇ ਉਹ ਇੱਥੇ ਵੱਡਾ ਸਹਿਯੋਗ ਪਾ ਰਹੇ ਨੇ। ਇਹ ਗੱਲ ਕਹਿਣ 'ਚ ਵੀ ਕੋਈ ਗੁਰੇਜ਼ ਨਹੀਂ ਹੈ ਕਿ ਹੁਣ ਤੱਕ ਦੇ ਜਿੰਨੇ ਪ੍ਰਬੰਧ ਆ, ਇਹਨਾਂ ਪ੍ਰਬੰਧਾਂ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ, ਕਿਉਂਕਿ ਇਹ ਇੱਕ ਵੱਡੀ ਕਹਿੰਦੇ ਹੁੰਦੇ ਆ ਸੰਸਥਾਵਾਂ ਦੀ ਗੱਲ ਹੈ। ਜਦੋਂ ਦਿੱਲੀ ਕਮੇਟੀ ਨੇ ਉੱਥੋਂ ਨਗਰ ਕੀਰਤਨ ਕੱਢਿਆ ਸੀ, ਅਸੀਂ ਪੂਰਨ ਤੌਰ ਤੇ ਸਹਿਯੋਗ ਦਿੱਤਾ, ਕਿਉਂਕਿ ਆਪਸੀ ਵਿਚਾਰਕ ਮਤਭੇਦ ਕਿਸੇ ਥਾਂ ਤੇ ਹੋ ਸਕਦੇ ਨੇ, ਪਰ ਜਦੋਂ ਇਤਿਹਾਸ ਦੀ ਗੱਲ ਆਉਂਦੀ ਆ, ਸੰਸਥਾਵਾਂ ਦੀ ਗੱਲ ਆਉਂਦੀ ਆ, ਤੇ ਉੱਥੇ ਕਿਸੇ ਤਰ੍ਹਾਂ ਦਾ ਇੱਕ ਦੂਜੇ ਲਈ ਕੋਈ ਵਿਤਕਰਾ ਨਹੀਂ। ਬਿਲਕੁਲ ਕੋਈ ਵਿਤਕਰਾ ਨਹੀਂ। ਜਿਵੇਂ ਕਿ ਦੱਸ ਰਹੇ ਨੇ ਗਰੇਵਾਲ ਸਾਹਿਬ, ਤੁਹਾਨੂੰ ਹੋਰ ਤਸਵੀਰਾਂ ਇੱਥੋਂ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀ ਤਿਆਰੀ ਹੈ ਉਹ ਰੰਭੀ ਗਈ ਹੈ। ਤੁਹਾਨੂੰ ਤਸਵੀਰਾਂ ਅਸੀਂ ਦਿਖਾ ਦਿੰਦੇ ਹਾਂ ਕਿ ਜਿਹੜੀਆਂ ਤਿਆਰੀਆਂ ਨੇ ਉਹ ਕਰ ਲਈਆਂ ਗਈਆਂ ਨੇ। ਮਨਜੀਤ ਸਿੰਘ GK ਨਜ਼ਰ ਆਉਂਦੇ ਨੇ। ਮਨਜੀਤ ਸਿੰਘ GK ਨਾਲ ਇੱਕ ਵਾਰੀ ਗੱਲ ਕਰਾਂਗੇ। GK ਸਾਹਿਬ, ਤਿਆਰੀਆਂ ਨੇ, ਗਰੇਵਾਲ ਸਾਹਿਬ ਕਹਿੰਦੇ ਨੇ ਕਿ ਇੱਕ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ GK ਜਿਹੜੇ ਨੇ ਵਧਾਈ ਦੇ ਪਾਤਰ ਨੇ ਇਸ ਪੂਰੇ ਪ੍ਰੋਗਰਾਮ ਲਈ। ਦਿੱਲੀ ਦੀ ਸੰਗਤ ਵਧਾਈ ਦੀ ਪਾਤਰ ਹੈ। ਇਹ ਨਾ GK ਨਾ ਸਰਨਾ ਕੋਈ ਕੁਛ ਨਹੀਂ ਹੈ, ਇਹ ਗੁਰੂ ਦਾ ਆਸ਼ੀਰਵਾਦ ਹੈ ਔਰ ਦਿੱਲੀ ਦੀ ਸੰਗਤ ਦੇ ਆਸ਼ੀਰਵਾਦ ਹੈ ਜਿਹੜੇ ਪ੍ਰੋਗਰਾਮ ਕਾਮਯਾਬ ਕਰ ਰਹੇ ਨੇ। ਤੁਹਾਡੇ ਸਾਹਮਣੇ ਕਿਵੇਂ ਗਰਮੀ ਪੈਂਦੀ ਪਈ ਹੈ, ਲੇਕਿਨ ਹੁਣ ਨਗਰ ਕੀਰਤਨ ਨਿਕਲੇਗਾ ਔਰ ਇਹ ਨਗਰ ਕੀਰਤਨ 1783 ਦੇ ਇਤਿਹਾਸ ਨੂੰ ਸਾਹਮਣੇ ਲੈ ਕੇ ਆਏਗਾ ਕਿ ਜੇ ਤਿਰੰਗਾ ਅੱਜ ਲਾਲ ਕਿਲ੍ਹੇ ਤੇ ਝੂਲਦਾ ਹੈ, ਕਿਉਂਕਿ ਕੇਸਰੀ ਨਿਸ਼ਾਨ ਸਾਡੇ 5 ਜਰਨੈਲਾਂ ਨੇ ਝੁਲਾਇਆ ਸੀਗਾ। ਮੈਂ ਸਮਝਦਾ ਕਿ ਅੱਜ ਉਸ ਇਤਿਹਾਸ ਨੂੰ ਅਸੀਂ ਦੁਬਾਰਾ ਜੀਵਿਤ ਕਰਨ ਜਾ ਰਹੇ ਹਾਂ। 2014 'ਚ ਪਹਿਲੀ ਦਫਾ ਲਾਲ ਕਿਲ੍ਹੇ ਫਤਿਹ ਦਿਵਸ ਮਨਾਇਆ ਸੀ, ਉਹਦੇ ਬਾਅਦ ਦੁਨੀਆ ਨੂੰ ਪਤਾ ਲੱਗਿਆ ਕਿ ਪੁੱਲ ਮਠਾਈ ਕੀ ਹੈ, ਮੋਰੀ ਗੇਟ ਕੀ ਹੈ, 30 ਹਜ਼ਾਰੀ ਕੀ ਹੈ। ਮੈਂ ਸਮਝਦਾ ਇਹ ਇਤਿਹਾਸ ਅੱਜ ਦੁਬਾਰਾ ਜੀਵਿਤ ਹੋਏਗਾ। ਬਹੁਤ ਧੰਨਵਾਦ। ਇਹ ਇਤਿਹਾਸ ਜਿਹੜਾ ਦੁਬਾਰਾ ਜੀਵਿਤ ਹੋਏਗਾ। ਤੁਹਾਨੂੰ ਹੋਰ ਇੱਕ ਤਸਵੀਰਾਂ ਦਿਖਾ ਦਈਏ।
ਬਲਵਿੰਦਰ ਸਿੰਘ ਭੁੰਦੜ ਵੀ ਨਜ਼ਰ ਆਉਂਦੇ ਨੇ। ਬਲਵਿੰਦਰ ਸਿੰਘ ਭੁੰਦੜ ਨਾਲ ਗੱਲ ਕਰਾਂਗੇ। ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਉਚੇਚੇ ਤੌਰ ਤੇ ਪਹੁੰਚੇ ਹੋਏ ਨੇ। ਬਲਵਿੰਦਰ ਸਿੰਘ ਭੁੰਦੜ ਨਾਲ ਇੱਥੋਂ ਗੱਲ ਕਰਦੇ ਹਾਂ। ਭੁੰਦੜ ਸਾਹਿਬ, SGPC ਦਾ ਸਹਿਯੋਗ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੌਜੂਦ ਹੈ, ਤੁਸੀਂ ਲੋਕ ਪਹੁੰਚੇ ਹੋ ਇਸ ਮਹਾਨ ਨਗਰ ਕੀਰਤਨ ਨੂੰ ਇੱਥੋਂ ਨਾਲ ਲੈ ਕੇ ਜਾਣ ਲਈ। ਅੱਜ ਸਿੱਖ ਕੌਮ ਵਾਸਤੇ ਬਹੁਤ ਮਹਾਨ ਦਿਨ ਹੈ, ਜਦੋਂ ਕਿ ਮੁਗਲਾਂ ਦਾ 7 ਪੀੜ੍ਹੀਆਂ ਦਾ ਰਾਜ, ਜੋ ਕਿ ਬੜਾ ਜ਼ਾਲਮ ਰਾਜ ਸੀ, ਹਿੰਦੁਸਤਾਨ ਦੀ ਜਨਤਾ ਤੇ ਬਹੁਤ ਜ਼ੁਲਮ ਢਾਉਂਦਾ ਸੀ, ਉਸ ਨੂੰ ਸਿੱਖਾਂ ਨੇ 17 ਹਮਲੇ ਕਰਕੇ ਹਰ ਵਾਰੀ ਜਿੱਤ ਕੇ ਜਾਂਦੇ ਤੇ 17ਵੀਂ ਬਾਅਦ ਦਿੱਲੀ ਦੇ ਤਖਤ ਤੇ ਕਬਜ਼ਾ ਕੀਤਾ। ਅੱਜ ਉਹ ਇਤਿਹਾਸਕ ਦਿਨ ਹੈ। ਇਸ ਕਰਕੇ ਅੱਜ ਉਸ ਮਹਾਨ ਜਰਨੈਲ ਦਾ, ਜਿਸ ਨੇ ਦੁਨੀਆ ਦੇ ਵਿੱਚ ਇਸ ਕੌਮ ਦਾ ਨਾਮ ਉਸ ਵੇਲੇ ਉੱਚਾ ਕੀਤਾ, ਉਹਦਾ ਅੱਜ ਜਨਮ ਦਿਨ ਸਾਰੀ ਕੌਮ ਮਿਲ ਕੇ ਮਨਾ ਰਹੀ ਹੈ। ਔਰ SGPC ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਜੀ ਦੇ ਪ੍ਰਧਾਨ ਸਰਨਾ ਜੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਸਾਰਿਆਂ ਨੇ ਨਾਲ ਜੋ ਪਾਰਟੀ ਹੈ ਯਤਨ ਕਰਕੇ ਇਸ ਦਿਨ ਦੀ ਕਾਮਯਾਬੀ ਵਾਸਤੇ ਬਹੁਤ ਮਿਹਨਤ ਕੀਤੀ ਹੈ। ਇਸ ਕਰਕੇ ਅਸੀਂ ਸਾਰੀ ਸੰਗਤ। ਭੁੰਦੜ ਸਾਹਿਬ, ਲੱਗਦਾ ਹੈ ਕਿ ਇਸ ਪ੍ਰੋਗਰਾਮ ਦੇ ਨਾਲ ਜਿਹੜੀ ਨਵੀਂ ਪੀੜ੍ਹੀ ਹੈ, ਜਿਨ੍ਹਾਂ ਨੂੰ ਇਤਿਹਾਸ ਦਾ ਨਹੀਂ ਪਤਾ, ਜਿਹੜੇ ਕਿ ਨਹੀਂ ਜਾਣਦੇ ਏਡਾ ਵੱਡਾ ਸਾਡਾ ਵਿਰਸਾ ਹੈ, ਉਹ ਵੀ ਜਾਣੂ ਹੋ ਸਕਣਗੇ। ਇਹਨਾਂ ਚੀਜ਼ਾਂ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਕੌਮ ਦੇ ਜਿਹੜੀ ਅਗਲੀ ਪੀੜ੍ਹੀ ਹੈ, ਹੁਣ ਕਿਤਾਬਾਂ ਘੱਟ ਪੜ੍ਹਨ ਲੱਗੇ, ਸੋਸ਼ਲ ਮੀਡੀਆ ਤੇ ਉਹ ਦੇਖਦੇ ਨੇ ਪ੍ਰੋਗਰਾਮ। ਇਸ ਕਰਕੇ ਇਸ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਸਾਡੇ ਜਰਨੈਲ, ਸਾਡੇ ਜਿਹੜੇ ਵਡੇਰੇ ਸੀ, ਉਹ ਕਿੱਡੇ ਮਹਾਨ ਸੀ, ਕਿਸ ਤਰ੍ਹਾਂ ਉਹਨਾਂ ਦੀਆਂ ਕੁਰਬਾਨੀਆਂ ਸੀ, ਕਿਸ ਤਰ੍ਹਾਂ ਦੇਸ਼ ਦੇ ਇੱਜ਼ਤ ਅਣਖ ਵਾਸਤੇ ਉਹਨਾਂ ਨੇ ਬਹਾਦਰੀ ਦੇ ਕਾਰਨਾਮੇ ਕੀਤੇ। ਇਹ ਸਭ ਤੋਂ ਵੱਡਾ ਇਹਨਾਂ ਦਿਨ ਮਨਾਉਣ ਦਾ ਇਹੀ ਮਤਲਬ ਹੁੰਦਾ ਹੈ। ਬਹੁਤ ਧੰਨਵਾਦ। ਤੇ ਇਸ ਵੱਡਾ ਇੱਕ ਪ੍ਰੋਗਰਾਮ ਹੈ, ਤੁਹਾਨੂੰ ਅਸੀਂ ਤਸਵੀਰਾਂ ਇੱਕ ਵਾਰੀ ਫਿਰ ਦਿਖਾ ਦਈਏ। ਬਿਲਕੁਲ, ਸੋ ਵਾਕਈ ਤੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਸੋ ਤਮਾਮ ਭਾਵੇਂ ਤਖਤੇ ਤਾਊਸ ਦੀ ਗੱਲ ਹੋਵੇ ਜਾਂ ਫਿਰ तमाम प्रतख तौर पर प्रमाण इत्थे दर्शे जा रहे हैं कि आखिर किस ढंग दे नाल मुगलों दे नाल लोहा लैंदे होया किस ढंग दे नाल बकायदा तख्ते ताउस नूं पुट के सीधा गुरु महाराज दे चरनां दे विच समर्पित कर दिता गया सी। तां अजिहियां तस्वीरां जो देखण नूं मिल रही है, एक वड्डा प्रेरणा दा स्रोत अपनी आने वाले पीढ़ी दे लई है। तो वाकई तुहाडा बहुत बहुत शुक्रिया हरप्रीत, इस तमाम तस्वीरां लई, जानकारी दे लई भी। इत्थे रुकांगे एक छोटे जिहे ब्रेक दे लई। ब्रेक दी उस पार भी खबरां दा सिलसिला ਤੁਹਾਨੂੰ ਇੱਕ ਵਾਰੀ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪਾਲਕੀ ਹੈ ਉਹ ਦਿਖਾਉਂਦੇ ਆ ਕਿ ਤੁਹਾਨੂੰ ਉੱਥੋਂ ਦੀ ਪਾਲਕੀ ਦਾ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾਈਏ ਕਿ ਆਹ ਉਹ ਪਾਲਕੀ ਹੈ, ਤੁਹਾਨੂੰ ਦਰਸ਼ਨ ਕਰਾ ਦਈਏ ਕਿ ਆਹ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਆਹ ਪਾਲਕੀ ਹੈ ਜਿੱਥੇ ਕਿ ਇੱਥੋਂ ਇਹ ਪਾਲਕੀ 'ਚ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਆਉਣਾ। ਤੇ ਇੱਕ ਵਾਰੀ ਕੋਸ਼ਿਸ਼ ਕਰਾਂਗੇ ਕਿ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਹੁੰਚੇ ਨੇ, ਜੇਕਰ ਉਹਨਾਂ ਨਾਲ ਗੱਲ ਕਰ ਸਕੀਏ। ਤੇ ਕਾਲਕਾ ਸਾਹਿਬ, ਅੱਜ ਵੱਡਾ ਇੱਕ ਜਰਨੈਲੀ ਮਾਰਚ ਇੱਥੋਂ ਨਿਕਲ ਰਿਹਾ ਹੈ, ਕੀ ਕਹੋਗੇ ਇਸ ਨੂੰ ਲੈ ਕੇ? ਦੇਖੋ, ਗੁਰੂ ਘਰ ਦਾ ਨਗਰ ਕੀਰਤਨ ਹੈ, ਕੋਈ ਜਰਨੈਲੀ ਮਾਰਚ ਨਹੀਂ ਹੈ। ਜਰਨੈਲੀ ਮਾਰਚ ਦੀ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਵਧਾਈ ਦੇ ਪਾਤਰ ਹੈ ਸ਼੍ਰੋਮਣੀ ਕਮੇਟੀ ਜਿਹੜੇ ਕਾਰਜ ਕਰਦੀ ਹੈ। ਮਗਰ ਅੱਜ ਇੱਕ ਬਹੁਤ ਵੱਡਾ ਅਫਸੋਸ ਹੋਇਆ ਸਾਨੂੰ ਕਿ ਗੁਰੂ ਘਰ ਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਦਾਂ ਬੁੱਤ ਪ੍ਰਸਤੀ ਦੀ ਗੱਲਾਂ ਕਰ ਰਹੀ ਹੈ। ਅੱਜ ਬੁੱਤ ਨੂੰ ਲੈ ਕੇ ਆਪਾਂ ਨਗਰ ਕੀਰਤਨਾਂ 'ਚ ਜਾ ਰਹੇ ਹਾਂ। ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਇੱਕ ਵੱਡਾ ਮੈਸੇਜ ਜਾਂਦਾ ਹੈ, ਜਿਹੜੀ ਯੁਵਾ ਪੀੜ੍ਹੀ ਨੂੰ ਪਤਾ ਲੱਗ ਸਕੇ, ਯੂਥ ਨੂੰ, ਕਿ ਕਿਸ ਤਰੀਕੇ ਨਾਲ ਤਖਤੇ ਤਾਊਸ ਜਿਹੜਾ ਹੈ ਉਹ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਰੂਪ 'ਚ ਲੈਣਾ ਹੈ। ਅਸੀਂ ਮੈਸੇਜ ਕਿਸੇ ਬੁੱਤਾਂ ਪੂਜਾ ਨਾਲ ਨਹੀਂ ਲੈਣਾ। ਸੋ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਸੀ। ਮਗਰ ਮੁਬਾਰਕ ਹੈ, ਨਗਰ ਕੀਰਤਨ ਕੱਢ ਰਹੇ ਹਾਂ, ਅਸੀਂ ਇਹਨਾਂ ਦਾ ਸਹਿਯੋਗ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਜੋ ਇਹਨਾਂ ਨੂੰ ਸਹਿਯੋਗ ਮੰਗਿਆ ਅਸੀਂ ਦਿੱਤਾ ਵੀ ਹੈ ਔਰ ਸੰਗਤੀ ਰੂਪ 'ਚ ਅਸੀਂ ਇੱਥੇ ਆਏ ਹਾਂ ਔਰ ਜ਼ਿੰਮੇਵਾਰੀ ਸਾਡੀ ਬਣਦੀ ਹੈ ਪ੍ਰਬੰਧਕ ਹੋਣ ਦੇ ਨਾਤੇ। ਗਰੇਵਾਲ ਸਾਹਿਬ ਨੇ ਵੀ ਕਹੀ, ਉਹ ਵੀ ਕਹਿੰਦੇ ਨੇ ਕਿ ਅਸੀਂ ਦਿੱਲੀ ਕਮੇਟੀ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡਾ ਸਹਿਯੋਗ ਕੀਤਾ। ਮੈਂ ਹਰ ਕੰਮ ਲਈ ਇੱਕ ਦੂਜੇ ਦੇ ਅਸੀਂ ਸਹਿਯੋਗੀ ਰਹਿਣਾ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਮਗਰ ਇੱਕੋ ਗੱਲ ਦਾ ਜਿਹੜਾ ਮੈਂ ਇਤਰਾਜ਼ ਜਿਹੜੀ ਗੱਲ ਕਰ ਰਿਹਾ ਕਿ ਗੁਰੂ ਘਰ ਦੇ ਵਿੱਚ ਇਹ ਜਿਹੜੀ ਬੁੱਤ ਪ੍ਰਸਤੀ ਦੀ ਗੱਲ ਹੈ ਇਹ ਨਹੀਂ ਕਰਨੀ ਚਾਹੀਦੀ। ਬਹੁਤ ਧੰਨਵਾਦ। ਤੇ ਇੱਥੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਈਏ ਕਿ ਜਿਹੜੇ ਥੋੜੀ ਦੇਰ ਤੱਕ ਇੱਥੋਂ ਗੁਰੂ ਸਾਹਿਬ ਦਾ ਸਰੂਪ ਜਿਹੜਾ ਉਹ ਲੈ ਕੇ ਆਇਆ ਜਾਏਗਾ ਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਜਿਹੜਾ ਉਹ ਇੱਥੋਂ ਚਾਲੇ ਪਾਏਗਾ ਤੇ ਇੱਥੋਂ ਇਹ ਜਿਹੜਾ ਨਗਰ ਕੀਰਤਨ ਹੈ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਹੁੰਦਾ ਹੋਇਆ ਪਹੁੰਚੇਗਾ ਛੋਟੇ ਸਾਹਿਬਜ਼ਾਦਿਆਂ ਦੇ ਗੁਰਦੁਆਰਾ ਫਤਿਹ ਨਗਰ, ਜਿੱਥੇ ਜਾ ਕੇ ਇਸ ਦੀ ਸਮਾਪਤੀ ਕੀਤੀ ਜਾਣੀ ਹੈ। ਤੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਈਏ ਇੱਕ ਵਾਰੀ ਫਿਰ ਇੱਥੋਂ ਦੀਆਂ ਕਿ ਕਿਸ ਤਰੀਕੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਇਕੱਠੀਆਂ ਹੋ ਰਹੀਆਂ ਨੇ। ਆਹ ਤਸਵੀਰਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀਆਂ ਕਿ ਸੰਗਤਾਂ ਜਿਹੜੀਆਂ ਨੇ ਇਕੱਠੀਆਂ ਹੋ ਰਹੀਆਂ ਨੇ। ਪਰਮਜੀਤ ਸਿੰਘ ਸਰਨਾ ਸਾਨੂੰ ਨਜ਼ਰ ਆਉਂਦੇ ਨੇ, ਪਰਮਜੀਤ ਸਿੰਘ ਸਰਨਾ ਨਾਲ ਗੱਲ ਕਰਾਂਗੇ ਤੇ ਉਹਨਾਂ ਕੋਲ ਜਾਣਾਂਗੇ ਕਿਉਂਕਿ ਉਹਨਾਂ ਦੀ ਬੜੀ ਖਾਸ ਭੂਮਿਕਾ ਰਹੀ ਹੈ ਇਸ ਦੇ ਵਿੱਚ। ਪਰਮਜੀਤ ਸਿੰਘ ਸਰਨਾ ਮੌਜੂਦ ਨੇ ਸਾਡੇ ਨਾਲ। ਸਰਨਾ ਸਾਹਿਬ, ਵਧਾਈ ਦੇ ਪਾਤਰ ਹੋ, ਇਸ ਵੱਡੇ ਜਰਨੈਲੀ ਮਾਰਚ, ਇਸ ਫਤਿਹ ਮਾਰਚ ਨੂੰ ਕੱਢ ਰਹੇ ਹੋ। देखो जी, ਵਧਾਈ ਦੇ ਪਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਮੀ ਸਾਹਿਬ, ਉਹਨਾਂ ਦੀ ਸਾਰੀ ਟੀਮ ਤੇ ਸਭ ਤੋਂ ਉੱਪਰ ਮੈਂ ਸਮਝਦਾ ਵਾਂ ਵਧਾਈ ਦੇ ਪਾਤਰ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਜਿਨ੍ਹਾਂ ਦੇ ਕਹਿਣ ਤੇ ਇਹ ਸਾਰਾ ਪ੍ਰੋਗਰਾਮ ਫਾਈਨਲਾਈਜ਼ ਹੋਇਆ। ਸਭ ਤੋਂ ਵਧਾਈ ਦੇ ਪਾਤਰ ਉਹ ਹੈ। ਔਰ ਇਹ ਗੱਲ ਮੈਂ ਕਹਿ ਸਕਦਾ ਵਾਂ
ਕਿ ਮੈਨੂੰ ਅੱਜ ਤਕਰੀਬਨ 52 ਤੇ 23 75 ਸਾਲ ਹੋ ਗਏ ਨੇ ਦਿੱਲੀ 'ਚ ਰਹਿੰਦੇ ਹਾਂ। ਇਹੋ ਜਿਹਾ ਸੰਗਤ ਦਾ ਇਕੱਠ ਇਸ ਜਗ੍ਹਾ ਤੋਂ ਤੇ ਅੱਜ ਤੱਕ ਨਹੀਂ ਹੋਇਆ। ਔਰ ਸਭ ਤੋਂ ਵੱਡੀ ਗੱਲ ਹੈਗੀ, ਅੱਜ ਤੁਸੀਂ ਦਿੱਲੀ ਦੇ ਕਿਸੇ ਸਿੱਖ ਕੋਲੋਂ ਪੁੱਛ ਲਓ, ਉਹ ਕਹੇਗਾ ਬਈ 3 ਦਿਨ ਦਾ ਇੱਥੇ ਸਰ ਜੱਸਾ ਸਿੰਘ ਰਾਮਗੜੀਆ ਦਾ ਪ੍ਰੋਗਰਾਮ ਹੋ ਰਿਹਾ। ਅਸੀਂ ਇਸ ਨਗਰ ਕੀਰਤਨ ਰਾਹੀਂ ਜਿਹੜਾ ਸਾਡਾ ਗੌਰਵਮਈ ਇਤਿਹਾਸ ਹੈ, ਉਸ ਤੋਂ ਆਪਣੀ ਨੌਜਵਾਨ ਪੀੜ੍ਹੀ ਨੂੰ, ਆਪਣੇ ਨੌਜਵਾਨਾਂ ਨੂੰ, ਇਵਨ ਕਈ ਬਜ਼ੁਰਗਾਂ ਨੂੰ ਵੀ ਆਪਣਾ ਇਤਿਹਾਸ ਤੋਂ ਜਾਣੂ ਕਰਾਵਾਂਗੇ। ਔਰ ਐਸੀ ਸ਼ਾਨ ਸ਼ੌਕਤ ਬਣੇਗੀ ਅੱਜ ਕੱਲ੍ਹ ਔਰ ਪਰਸੋਂ ਦੇ ਵਿੱਚ ਕਿ ਇਸ ਦੀ ਜਿਹੜੀ ਗੱਲ ਮੈਨੂੰ ਨਹੀਂ ਪਤਾ ਕਹਿਣੀ ਹੈ ਨਹੀਂ ਕਹਿਣੀ ਹੈ, ਪਰ ਮੇਰੇ ਮਨ ਦੀ ਆਵਾਜ਼ ਹੈਗੀ ਕਿ ਅੱਜ ਤੋਂ ਅਕਾਲੀ ਦਲ ਦੁਬਾਰਾ ਆਪਣੀਆਂ ਪੈਰੀਆਂ ਲੀਆਂ ਤੇ ਪਹੁੰਚ ਗਿਆ। ਸਨਾ ਸਾਹਿਬ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਹੁਣੀ ਪਹੁੰਚੇ ਨੇ। ਉਹ ਕਹਿੰਦੇ ਨੇ ਕਿ ਆ ਬੁੱਤ ਪ੍ਰਸਤੀ ਹੈ, ਮੈਂ ਇਸ ਦੇ ਖਿਲਾਫ ਆ, ਇਹ ਨਹੀਂ ਹੋਣੀ ਚਾਹੀਦੀ। ਉਹਨੂੰ ਕੁਝ ਹੀ ਗੱਲ ਹੈਗੀ, ਤੇਰੀ ਔਕਾਤ ਕੀ ਹੈ ਦੱਸਣ ਵਾਸਤੇ, ਬੁੱਤ ਪ੍ਰਸਤੀ ਕੀ ਹੈ ਤੇ ਫਲਾਣ ਕੀ ਹੈ। ਤੂੰ ਇਤਿਹਾਸ ਦੇ ਕਿਹੜੇ ਝਰੋਖੇ ਤੋਂ ਕਹਿ ਰਿਹਾ ਹੈ ਕਿ ਇਹ ਬੁੱਤ ਪ੍ਰਸਤੀ ਹੈਗੀ। ਇਸ ਵਾਸਤੇ ਬੁੱਤ ਪ੍ਰਸਤੀ ਬਣ ਗਈ ਕਿ ਤੁਹਾਨੂੰ ਅਕਲ ਦਿੱਤੀ ਨਹੀਂ ਗੁਰੂ ਮਹਾਰਾਜ ਨੇ ਕਿਵੇਂ ਨਗਰ ਕੀਰਤਨ ਕਰਨਾ ਹੈ, ਤੇ ਜੇ ਸਾਨੂੰ ਗੁਰੂ ਨੇ ਸੋਝੀ ਦਿੱਤੀ ਤੇ ਬੁੱਤ ਪ੍ਰਸਤੀ ਹੋ ਗਈ। ਬੁੱਤ ਪ੍ਰਸਤੀ ਦੀ ਮਨਾਹੀ ਹੈ ਗੁਰੂ ਸਾਹਿਬਾਨ ਦੇ ਬੁੱਤ ਬਣਾਉਣੇ ਹੈ। ਮਨਾਹੀ ਇੱਥੋਂ ਤੱਕ ਹੈ ਕਿ ਅਸੀਂ ਗੁਰੂ ਸਾਹਿਬਾਨ ਦੀ ਫੋਟੋ ਨਹੀਂ ਲਾ ਸਕਦੇ ਹੋ, ਤੁਸੀਂ ਫੋਟੋਆਂ ਤੇ ਗੁਰਦੁਆਰਿਆਂ 'ਚ ਲਾਈਆਂ ਹੋਈਆਂ ਹਨ। ਅਸਲ ਤੁਹਾਨੂੰ ਪੀੜ ਇਸ ਗੱਲ ਦੀ ਜਾਗੀ ਹੈ, ਤੁਸੀਂ ਜਿਹੜਾ ਨਗਰ ਕੀਰਤਨ ਅੰਮ੍ਰਿਤਸਰ ਤੋਂ ਲੈ ਕੇ ਆਏ ਹੋ, 42,000 ਰੁਪਏ ਦਾ ਉਹਦੇ ਪੈਟਰੋਲ ਪਿਆ ਤੇ 32,000 ਰੁਪਏ ਦੀ ਤੁਹਾਡੀ ਚੜ੍ਹਤ ਆਈ ਹੈ, ਜਿਸ ਦਾ ਤੁਹਾਨੂੰ ਤਕਲੀਫ ਹੈਗਾ, ਦੁਰਦ ਹੈਗਾ। ਅੱਜ ਤੁਹਾਨੂੰ ਬਰਗਾੜੀ ਯਾਦ ਆਈ ਹੈ, ਜਦ ਬਰਗਾੜੀ ਹੋਈ ਸੀ ਤਾਂ ਤੂੰ ਕਿੱਥੇ ਖੜਾ ਸੀ? ਕਿੱਦੇ ਰਾਜ ਦਾ ਆਨੰਦ ਮਾਣ ਰਿਹਾ ਸੀ? ਹਾਂਜੀ, ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦਾ ਆਨੰਦ ਮਾਣ ਰਿਹਾ ਸੀ ਨਾ, ਤੇ ਤੂੰ ਉਹਦਾ ਨਾਂ ਕਿ ਮੇਰੇ ਪਰਦੇ ਨਾਲ ਖਲਵਾ ਹਰਮਿੰਦਰ ਨਾਲ ਗਿੱਲ ਨਾਲ ਮਿਲ ਕੇ ਤੂੰ ਅੰਮ੍ਰਿਤਸਰ ਵਿੱਚ ਜ਼ਮੀਨਾਂ ਲਈਆਂ ਤੇ CLU ਕਰਾਇਆ। ਅੱਜ ਗੱਲਾਂ ਮਾਰ ਜੋਗਾ ਹੋ ਗਿਆ। ਧਾਰਮਿਕ ਗੱਲ ਕਰਦੇ ਆ। ਅੱਜ ਇਹ ਜਿਹੜਾ ਨਗਰ ਕੀਰਤਨ ਆਪਣਾ ਨਿਕਲ, ਮੇਰਾ ਨਗਰ ਕੀਰਤਨ ਹੈ ਸਨਾ ਸਾਹਿਬ, ਇਹ ਕਿਹੜਾ ਰਸਤਾ, ਇਹਦਾ ਰੂਟ ਕੀ ਰਹਿਣ ਵਾਲਾ ਹੈ? ਇਸ ਦਾ ਰੂਟ ਤੁਸੀਂ ਸੰਗਤ ਨੂੰ ਜ਼ਿਕਰ ਦੱਸ। ਦੇਖੋ ਜੀ, ਇਹ ਨਗਰ ਕੀਰਤਨ ਦਾ ਰੂਟ ਅਸੀਂ ਇਸ ਵਾਸਤੇ ਕੱਢਿਆ ਹੈ ਕਿ ਦਸਮ ਪਾਤਸ਼ਾਹ ਦਾ ਨਗਰ ਕੀਰਤਨ ਇਸ ਰੂਟ ਤੋਂ ਜਾਂਦਾ ਹੈ। ਦਿੱਲੀ ਦੀ ਬਹੁਤ ਜ਼ਿਆਦਾ ਵਸੋਂ ਜਿਹੜੀ ਹੈ ਇਸ ਰੂਟ ਤੇ ਹੈ, ਔਰ ਹਰ ਕਿਸਮ ਦਾ ਸਿੱਖ, ਭਾਵੇਂ ਉਹ ਪਾਕਿਸਤਾਨ ਤੋਂ ਆਇਆ, ਭਾਵੇਂ ਪੰਜਾਬ ਤੋਂ ਆਇਆ ਹੈ, ਭਾਵੇਂ ਅਫਗਾਨਿਸਤਾਨ ਤੋਂ ਆਇਆ ਹੈ, ਉਹ ਸਾਰੇ ਇੱਥੇ ਰਹਿੰਦੇ ਨੇ, ਇਸ ਏਰੀਏ 'ਚ ਰਹਿੰਦੇ ਨੇ। ਔਰ ਇਹ ਨਗਰ ਕੀਰਤਨ ਬੜੀ ਮੁਸ਼ਕਲ ਨਾਲ ਅਸੀਂ 2007 ਵਿੱਚ ਕੱਢਿਆ ਸੀ ਤਾਂ ਕਿ ਪੱਛਮੀ ਦਿੱਲੀ ਦੀ ਸੰਗਤ ਗੁਰੂਆਂ ਦੇ ਸਤਿਕਾਰ 'ਚ ਨਿਕਲੇ ਨਗਰ ਕੀਰਤਨ ਆਨੰਦ ਮਾਣ ਸਕਣ। ਅੱਜ ਅਸੀਂ ਕੱਢ ਰਹੇ ਹਾਂ। ਮੈਂ ਰਸਤੇ 'ਚ ਦੇਖ ਰਿਹਾ ਸੀ ਜਿਹੜੇ ਘਰੋਂ ਨਿਕਲਿਆ ਕਿ ਪੰਡਾਲ ਲੋਕਾਂ ਦੇ ਸਵਾਗਤ ਵਾਸਤੇ ਸਟਾਲ ਲੱਗੇ ਨੇ, ਪੰਡਾਲ ਲੱਗੇ ਹੋਏ ਨੇ, ਬਹੁਤ ਵਧੀਆ ਲੱਗੇ ਹੋਏ ਨੇ, ਦਰਮਿਆਨਾ ਮੇਲ ਲੱਗੇ ਹੋਏ ਨੇ, ਪਰ ਉਸੇ ਤਰ੍ਹਾਂ ਲੱਗੇ ਜਿਵੇਂ ਗੁਰੂ ਦਾ ਨਗਰ ਕੀਰਤਨ ਨਿਕਲਦਾ ਹੈ। ਇਸੇ ਤਰ੍ਹਾਂ ਸਰ ਜੱਸਾ ਸਿੰਘ ਰਾਮਗੜੀਆ ਤੇ ਉਹਨਾਂ ਦੇ ਸਾਥੀਆਂ ਦੇ ਯਾਦ ਵਿੱਚ ਨਿਕਲਣ ਨਗਰ ਕੀਰਤਨ ਦਿੱਲੀ ਦੀ ਸੰਗਤ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ। ਬਹੁਤ ਧੰਨਵਾਦ। ਤੇ 300ਵੀਂ ਸ਼ਤਾਬਦੀ ਜਿਹੜੀ ਹੈ ਗੁਰੂ ਜੱਸਾ ਸਿੰਘ ਰਾਮਗੜੀਆ ਦੀ, ਜਿਹੜੀ ਕਿ ਇੱਥੋਂ ਇਸ ਨਗਰ ਕੀਰਤਨ ਨੂੰ ਕੱਢਿਆ ਜਾਣਾ। ਮੈਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੀਆਂ ਦਿਖਾ ਦਈਏ ਕਿ ਹੁਣ ਥੋੜੀ ਦੇਰ ਤੱਕ ਮੰਨਿਆ ਜਾ ਰਿਹਾ ਹੈ ਕਿ 50 ਪਿਆਰਿਆਂ ਦੀ ਅਗਵਾਈ ਦੇ ਹੇਠ ਇੱਥੋਂ ਜਿਹੜਾ ਨਗਰ ਕੀਰਤਨ ਹੈ ਉਸ ਨੂੰ ਇੱਥੋਂ ਆਰੰਭਤਾ ਕੀਤੀ ਜਾਣੀ ਹੈ। ਮਹਾਰਾਜ ਦਾ ਸਰੂਪ ਉੱਥੋਂ ਲਿਆਂਦਾ ਜਾਏਗਾ ਤੇ ਉਸ ਤੋਂ ਬਾਅਦ ਇਹ ਜਿਹੜੀ ਨਗਰ ਕੀਰਤਨ ਹੈ ਉਸ ਨੂੰ ਇੱਥੋਂ ਆਰੰਭਤਾ ਕੀਤੀ ਜਾਏਗੀ। ਇਹ ਤਸਵੀਰਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀਆਂ। ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਹੋਰ ਥੋੜੀ ਦੇਰ ਤੱਕ ਇੱਥੋਂ ਗੁਰੂ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਲਿਆ ਕੇ ਤੇ ਇਸ ਨਗਰ ਕੀਰਤਨ ਨੂੰ ਇੱਥੋਂ ਸ਼ੁਰੂ ਕੀਤਾ ਜਾਏਗਾ, ਜਿੱਥੇ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਹੁੰਦਾ ਹੋਇਆ ਇਹ ਜਿਹੜਾ ਨਗਰ ਕੀਰਤਨ ਹੈ ਇਹ ਸਮਾਪਤ ਹੋਏਗਾ ਜਾ ਕੇ ਛੋਟੇ ਸਾਹਿਬਜ਼ਾਦਿਆਂ ਦੇ ਗੁਰਦੁਆਰੇ ਸਾਹਿਬ ਉੱਥੇ, ਜਿੱਥੇ ਕਿ ਵਿੱਚ ਇਸ ਦੇ ਵਿੱਚ ਜਿਹੜੀਆਂ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ। ਖਾਸ ਤੌਰ ਤੋਂ ਜਿਹੜਾ ਤਖਤੇ ਤਾਊਸ ਜਿਸ ਤੇ ਬੈਠ ਕੇ ਮੁਗਲ ਹੁਕਮਰਾਨ ਆਪਣੇ ਫੈਸਲੇ ਸੁਣਾਉਂਦਾ ਰਿਹਾ, ਉਸ ਦੇ ਇੱਕ ਝਲਕ ਦਿਖਾਈ ਗਈ ਹੈ ਕਿ ਉਸ ਨੂੰ ਕਿਸ ਤਰੀਕੇ ਨਾਲ ਇੱਥੋਂ ਪੱਟ ਕੇ ਲਿਜਾ ਕੇ ਦਰਬਾਰ ਸਾਹਿਬ ਸੁੱਟਿਆ ਗਿਆ ਗੁਰੂ ਸਾਹਿਬ ਦੇ ਚਰਨਾਂ 'ਚ, ਤੇ ਦੱਸਿਆ ਗਿਆ ਕਿ ਕਿਵੇਂ ਜਿਹੜੀ ਸਿੱਖਾਂ ਨੇ ਇਸ ਦਿੱਲੀ ਨੂੰ ਫਤਿਹ ਕੀਤਾ। ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੀਆਂ, ਜਿੱਥੇ ਕਿ ਥੋੜੀ ਦੇਰ ਤੱਕ ਜਿਹੜਾ ਇਹ ਨਗਰ ਕੀਰਤਨ ਹੈ ਉਹ ਸ਼ੁਰੂ ਹੋਏਗਾ ਤੇ ਇਸ ਨਗਰ ਕੀਰਤਨ ਨੂੰ ਇੱਥੋਂ ਆਰੰਭਤਾ ਜਿਹੜੀ ਹੈ ਉਹ ਹੋਏਗੀ। ਇੰਤਜ਼ਾਰ ਸਿਰਫ ਇਹ ਕੀਤਾ ਜਾ ਰਿਹਾ ਹੈ ਕਿ ਇੱਥੋਂ ਜਿਹੜਾ ਇਹ ਪੂਰੇ ਜਾਹੋ ਜਲਾਲ ਦੇ ਨਾਲ ਜਿਹੜਾ ਇਸ ਨਗਰ ਕੀਰਤਨ ਨੂੰ ਸ਼ੁਰੂ ਕਰਨਾ ਹੈ ਤੇ ਮਹਾਰਾਜ ਦਾ ਸਰੂਪ ਜਿਹੜਾ ਉਹ ਆਏਗਾ ਅੰਦਰੋਂ 5 ਪਿਆਰਿਆਂ ਦੀ ਅਗਵਾਈ ਦੇ ਹੇਠ, ਤੇ ਉਸ ਤੋਂ ਬਾਅਦ
ਇਸ ਦੀ ਜਿਹੜੀ ਸ਼ੁਰੂਆਤ ਹੈ ਨਗਰ ਕੀਰਤਨ ਦੀ ਉਹ ਕੀਤੀ ਜਾਏਗੀ। ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ। ਕੈਮਰਾਮੈਨ ਵਿਕਰਮ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼, ਦਿੱਲੀ।